ਗਵਰਨਮੈਂਟ ਸਾਡੀ ਬਹੁਤ ਵੱਡੀਆਂ ਗੱਲਾਂ ਕਰਦੀ ਹੈ, ਬੇਟੀ ਪੜਾਓ ਬੇਟੀ ਬਚਾਓ ਦੀਆਂ ਗੱਲਾਂ ਕਰਦੀ ਹੈ, ਬਹੁਤ ਸਾਰੇ ਰੇਪ ਕੇਸਿਸ ਹੁੰਦੇ ਨੇ ਔਰ ਅੱਜ ਤੱਕ ਗਵਰਨਮੈਂਟ ਇਹ ਰੂਲ ਨਹੀਂ ਬਣਾ ਸਕੀ ਸਾਡੀ ਇੰਡੀਆ ਦੀ ਕਿ ਜਿਹੜੇ ਵੀ ਰੇਪ ਕੇਸਿਸ ਹੁੰਦੇ ਨੇ ਉਹਨਾਂ ਨੂੰ ਡੈਥ ਸੈਂਟੈਂਸ ਦੇਣਾ ਚਾਹੀਦਾ, ਉਹਨਾਂ ਨੂੰ ਹਮੇਸ਼ਾ ਉਹਨਾਂ ਨੂੰ ਫਾਂਸੀ ਸਜ਼ਾ ਦੇ ਦੇਣੀ ਚਾਹੀਦੀ ਹੈ। ਜਿਵੇਂ ਅੱਜ ਸਾਡੀ ਨਰਿੰਦਰ ਮੋਦੀ ਨੇ ਹੀ ਬਹੁਤ ਟਵੀਟ ਕੀਤਾ ਹੈ ਮਹਿਲਾ ਦਿਵਸ ਨੂੰ ਕਰਨ ਵਾਸਤੇ, ਬਟ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਜਿਹੜੀਆਂ ਸਾਡੀਆਂ ਔਰਤਾਂ ਇੱਥੇ ਬੈਠੀਆਂ ਨੇ ਜਿਨ੍ਹਾਂ ਦੇ ਪੁੱਤ ਵੀ ਇੱਥੇ ਸ਼ਹੀਦ ਹੋ ਗਏ, ਕਈਆਂ ਦੇ ਪੁੱਤ ਅੰਦਰ ਨੇ ਜੇਲ੍ਹਾਂ ਦੇ, ਉਹਨਾਂ ਵਾਸਤੇ ਕੀ ਕਰ ਰਹੇ ਨੇ। ਜੇ ਮੈਂ ਆਪਣਾ ਕਰੀਅਰ ਛੱਡ ਕੇ ਇੱਥੇ ਬਹਿ ਸਕਦੀ ਹਾਂ, ਉਹਨਾਂ ਨੂੰ ਵੀ ਆਪਣੇ ਕੰਮਕਾਰ ਛੱਡ ਕੇ ਇੱਥੇ ਆਉਣਾ ਚਾਹੀਦਾ ਕਿਉਂਕਿ ਆਪਾਂ ਰਾਤ ਨੂੰ 2 ਰੋਟੀਆਂ ਖਾ ਕੇ ਸੌਂਦੇ ਹਾਂ। ਆਪਾਂ ਨੂੰ ਅੰਨਦਾਤਾ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਉਹਨਾਂ ਦੇ ਖਿਲਾਫ ਉਹਨਾਂ ਨਾਲ ਮੋਢਾ ਜੋੜ ਕੇ ਲੜਨਾ ਚਾਹੀਦਾ ਗਵਰਨਮੈਂਟ ਦੇ ਅਗੇਂਸਟ ਔਰ ਗਵਰਨਮੈਂਟ ਦੇ ਅਗੇਂਸਟ ਬੋਲਣਾ ਚਾਹੀਦਾ ਇਸ ਟਾਈਮ ਤੇ ਇਹੋ ਹੀ ਟਾਈਮ ਆ। ਤੁਸੀਂ ਪੋਲੀਟੀਕਲ ਸਿਸਟਮ ਤੇ ਤੁਸੀਂ ਚਾਹੁੰਦੇ ਹੋ ਕਿ ਇਹੀ ਚੋਰ ਰਹਿਣ ਜਿਹੜੇ ਤੁਹਾਨੂੰ ਲੁੱਟ ਕੇ ਖਾ ਰਹੇ ਨੇ, ਜਿਨ੍ਹਾਂ ਦੀ ਵਜ੍ਹਾ ਤੋਂ ਤੁਸੀਂ ਅੱਜ ਇੱਥੇ ਬੈਠੇ ਹੋ। ਤੁਸੀਂ ਚਾਹੁੰਦੇ ਹੋ, ਸੋਸਾਇਟੀ ਚਾਹੁੰਦੀ ਆ ਉਹ ਚਿਹਰੇ। ਮੈਂ ਕਹਿੰਦੀ ਹਾਂ ਵੀ ਜੇ ਸੋਨੀਆ ਮਾਨ ਨੂੰ ਬਣਾਉਂਦੇ ਆ ਨਾ, ਜੇ ਸੋਨੀਆ ਮਾਨ ਇਹਨਾਂ ਦਾ ਕੰਮ ਨਾ ਕਰੇ ਅਗਲੀ ਵਾਰ, ਤਾਂ ਸੋਨੀਆ ਮਾਨ ਨੂੰ ਜੁੱਤੀਆਂ ਮਾਰ ਕੇ ਜੁੱਤੀਆਂ ਦਾ ਹਾਰ ਪਾ ਕੇ ਇਲਾਕੇ ਤੋਂ ਬਾਹਰ ਕੱਢਣਾ ਚਾਹੀਦਾ ਆ। ਸਹੀ ਤਰੀਕੇ ਦੇ ਨਾਲ ਸਹੀ ਲੋਕਾਂ ਨੂੰ ਵੋਟ ਪਾਈ ਹੁੰਦੀ, ਹਜੇ ਵੀ ਆਪਾਂ ਆਪਣਾ ਸਿਸਟਮ ਚੇਂਜ ਕਰ ਸਕਦੇ ਹਾਂ ਤੇ ਆਪਾਂ ਅੱਜ ਇੱਥੇ ਰੋਲ ਨਾ ਰਹੇ ਹੁੰਦੇ, ਅੱਜ ਆਪਾਂ ਇੱਥੇ ਬੈਠੇ ਨਾ ਹੁੰਦੇ। ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਵੰਤ ਬਰਾੜ। ਕਿਸਾਨਾਂ ਦੇ ਸੰਘਰਸ਼ ਨੂੰ 100 ਦਿਨ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਤੇ ਅੱਜ ਕੌਮਾਂਤਰੀ ਮਹਿਲਾ ਦਿਵਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੁਆਰਾ ਜੋ ਐਲਾਨ ਕੀਤਾ ਗਿਆ ਸੀ ਉਹ ਦਿਵਸ ਮਨਾਇਆ ਜਾ ਰਿਹਾ ਤੇ ਮੇਰੇ ਨਾਲ ਨੇ ਅਦਾਕਾਰਾ ਸੋਨੀਆ ਮਾਨ। ਸੋਨੀਆ ਮਾਨ ਜੀ, ਕਿਸ ਤਰ੍ਹਾਂ ਵੇਖਦੇ ਹੋ ਜੋ ਅੱਜ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ? ਮੈਂ ਤੇ ਕਹਿੰਦੀ ਹਾਂ ਕਿ ਵਿਮਨ ਇੰਪਾਵਰਮੈਂਟ ਹੋਣੀ ਚਾਹੀਦੀ ਹੈ ਔਰ ਜਿੰਨੀ ਤਾਦਾਦ ਦੇ ਵਿੱਚ ਸਾਡੀਆਂ ਔਰਤਾਂ ਇੱਥੇ ਆਈਆਂ ਨੇ ਬਹੁਤ ਹੀ ਵਧੀਆ ਗੱਲ ਹੈ। ਐਕਚੁਅਲੀ ਅਵੇਅਰਨੈਸ ਇੰਨੀ ਜ਼ਿਆਦਾ ਹੈ ਔਰ ਸਾਡੀ ਸੁਸਾਇਟੀ ਦੇ ਵਿੱਚ ਔਰ ਮੁੰਡੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ। ਸਾਡੀਆਂ ਉਵੇਂ ਹੀ ਔਰਤਾਂ ਇੰਨੀਆਂ ਬਰੇਵ ਨੇ ਔਰ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਆ। ਉਹਨਾਂ ਨੇ ਵੀ ਜੰਗ ਲੜੀ ਸੀਗੀ, ਅਸੀਂ ਵੀ ਇੱਕ ਜੰਗ ਦੇ ਮੈਦਾਨ ਦੇ ਵਿੱਚ ਬੈਠੇ ਹਾਂ ਪਿਛਲੇ 3 ਮਹੀਨੇ ਤੋਂ। ਸੋ ਅੱਗੇ ਵੀ ਸਾਡੀ ਜੰਗ ਜਾਰੀ ਹੀ ਰਹੂਗੀ ਔਰ ਆਪਾਂ ਨੂੰ ਹਮੇਸ਼ਾ ਔਰਤਾਂ ਨੂੰ ਇਕੁਅਲੀ ਟਰੀਟ ਕਰਨਾ ਚਾਹੀਦਾ ਔਰ ਉਹਨਾਂ ਦੇ ਵੇਜਸ ਵੀ ਇਕੁਅਲ ਦੇਣੇ ਚਾਹੀਦੇ ਆ। ਜਿਸੇ ਵੀ ਕਾਰਪੋਰੇਟ ਹਾਊਸ 'ਚ ਜਾਂ ਕਿਤੇ ਵੀ ਔਰਤਾਂ ਕੰਮ ਕਰਦੀਆਂ ਨੇ ਔਰ ਉਹਨਾਂ ਦੇ ਲਈ ਹਮੇਸ਼ਾ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਹੈ। ਸੋਨੀਆ ਮਾਨ ਜੀ, ਬੇਸ਼ੱਕ ਕਿਸਾਨ ਅੰਦੋਲਨ ਦੀ ਗੱਲ ਕੀਤੀ ਜਾਵੇ, ਮਹਿਲਾਵਾਂ ਜਿਹੜੀਆਂ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ, ਪਰ ਜੇਕਰ ਗਰਾਊਂਡ ਲੈਵਲ ਦੀ ਗੱਲ ਕੀਤੀ ਜਾਵੇ, ਚਾਹੇ ਮਜ਼ਦੂਰ ਵਰਗ ਦੀਆਂ ਔਰਤਾਂ ਨੇ, ਚਾਹੇ ਕਿਤੇ ਵੀ ਸਫਾਈ ਕਰਦੀਆਂ ਨੇ, ਉਹੋ ਜਿਹੀਆਂ ਮਹਿਲਾਵਾਂ ਨੇ ਜਿਹੜੀਆਂ ਕੰਮ ਕਰਦੀਆਂ ਨੇ, ਉਹਨਾਂ ਦੇ ਲਈ ਕੀ ਕੀਤਾ ਜਾ ਸਕਦਾ ਕਿ ਉਹਨਾਂ ਦਾ ਜੀਵਨ ਪੱਧਰ ਉੱਚਾ ਚੱਕਿਆ ਜਾ ਸਕੇ? ਵੇਖੋ ਜੀ, ਮੈਂ ਉਹਨਾਂ ਨੂੰ ਚਾਹੁੰਦੀ ਹਾਂ ਵੀ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਵੈਲ ਐਜੂਕੇਟਿਡ ਕਰਨਾ ਚਾਹੀਦਾ ਹੈ ਔਰ ਐਜੂਕੇਸ਼ਨ ਦੇ ਅਕੋਰਡਿੰਗਲੀ ਉਹਨਾਂ ਨੂੰ ਜੌਬਸ ਮਿਲਣੀਆਂ ਚਾਹੀਦੀਆਂ ਨੇ ਕਿਉਂਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਨਹੀਂ, ਕੰਮ ਤੇ ਲਾਈ ਰੱਖਾਂਗੇ ਤੇ ਫਿਰ ਉਹਨਾਂ ਦਾ ਉਹੀ ਰਹੂਗਾ। ਮਤਲਬ ਉਹ ਕਿਉਂਕਿ ਅੱਜ ਕੱਲ੍ਹ ਕਿਸੇ ਵੀ ਸੈਕਟਰ ਦੇ ਵਿੱਚ ਐਜੂਕੇਸ਼ਨ ਬਹੁਤ ਇੰਪੋਰਟੈਂਟ ਆ। ਤੁਸੀਂ ਕਿਤੇ ਵੀ ਜੌਬ ਲੈਣ ਜਾਂਦੇ ਹੋ 10ਵੀਂ ਦਾ ਸਰਟੀਫਿਕੇਟ ਤੇ ਮੰਗਦੇ ਹੀ ਆ ਘੱਟ ਤੋਂ ਘੱਟ, ਹੈ ਨਾ, ਵੀ ਕਿਤੇ ਵੀ ਕੋਈ ਵੀ ਜੌਬ ਹੋਵੇ, ਚਾਹੇ ਉਹ ਪ੍ਰਾਈਵੇਟ ਸੈਕਟਰ 'ਚ ਹੋਵੇ ਚਾਹੇ ਉਹ ਗਵਰਨਮੈਂਟ ਸੈਕਟਰ ਦੇ ਵਿੱਚ ਹੋਵੇ। ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਗਵਰਨਮੈਂਟ ਸਾਡੀ ਬਹੁਤ ਵੱਡੀਆਂ ਗੱਲਾਂ ਕਰਦੀ ਹੈ, ਬੇਟੀ ਪੜਾਓ ਬੇਟੀ ਬਚਾਓ ਦੀਆਂ ਗੱਲਾਂ ਕਰਦੀ ਹੈ, ਬਹੁਤ ਸਾਰੇ ਰੇਪ ਕੇਸਿਸ ਹੁੰਦੇ ਨੇ ਔਰ ਅੱਜ ਤੱਕ ਗਵਰਨਮੈਂਟ ਇਹ ਰੂਲ ਨਹੀਂ ਬਣਾ ਸਕੀ ਸਾਡੀ ਇੰਡੀਆ ਦੀ ਕਿ ਜਿਹੜੇ ਵੀ ਰੇਪ ਕੇਸਿਸ ਹੁੰਦੇ ਨੇ ਉਹਨਾਂ ਨੂੰ ਡੈਥ ਸੈਂਟੈਂਸ ਦੇਣਾ ਚਾਹੀਦਾ, ਉਹਨਾਂ ਨੂੰ ਹਮੇਸ਼ਾ ਉਹਨਾਂ ਨੂੰ ਫਾਂਸੀ ਸਜ਼ਾ ਦੇ ਦੇਣੀ ਚਾਹੀਦੀ ਹੈ ਐਕਚੁਅਲੀ ਜੋ ਬਾਹਰ ਦੀਆਂ ਕੰਟਰੀਜ਼ ਦੇ ਵਿੱਚ ਆ, ਤਾਂ ਕਿ ਸਾਡੇ ਇੱਥੇ ਦੇਸ਼ ਦੇ ਵਿੱਚੋਂ ਰੇਪ ਕੇਸਿਸ ਤੇ ਖਤਮ ਹੋਣ। ਗਵਰਨਮੈਂਟ ਗੱਲਾਂ ਬਹੁਤ ਵੱਡੀਆਂ ਕਰਦੀ ਹੈ ਬਟ ਕਰਦੀ ਕੁਛ ਨਹੀਂ। ਜਿਵੇਂ ਅੱਜ ਸਾਡੀ ਨਰਿੰਦਰ ਮੋਦੀ ਨੇ ਹੀ ਬਹੁਤ ਟਵੀਟ ਕੀਤਾ ਹੈ ਮਹਿਲਾ ਦਿਵਸ ਨੂੰ ਕਰਨ ਵਾਸਤੇ, ਬਟ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਜਿਹੜੀਆਂ ਸਾਡੀਆਂ ਔਰਤਾਂ ਇੱਥੇ ਬੈਠੀਆਂ ਨੇ ਜਿਨ੍ਹਾਂ ਦੇ ਪੁੱਤ ਵੀ ਇੱਥੇ ਸ਼ਹੀਦ ਹੋ ਗਏ, ਕਈਆਂ ਦੇ ਪੁੱਤ ਅੰਦਰ ਨੇ ਜੇਲ੍ਹਾਂ ਦੇ, ਉਹਨਾਂ ਵਾਸਤੇ ਕੀ ਕਰ ਰਹੇ ਨੇ। ਜਦੋਂ ਵੋਟਸ ਲੈਣੀਆਂ ਹੁੰਦੀਆਂ ਨੇ ਉਦੋਂ ਕਹਿੰਦੇ ਨੇ ਅੰਨਦਾਤਾ ਦੇ ਵਾਸਤੇ ਅਸੀਂ ਸਭ ਕੁਝ ਕਰ ਰਹੇ ਹਾਂ, ਬਟ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਸਟੇਟਮੈਂਟ ਜਿਹੜਾ ਆ ਸਾਡੀ ਪੋਲੀਟੀਕਲ ਸਿਸਟਮ ਦੇ ਖਿਲਾਫ ਆ ਕਿਉਂਕਿ ਪੋਲੀਟੀਕਲ ਸਿਸਟਮ ਹਮੇਸ਼ਾ ਹੀ ਪੋਲੀਟਿਕਸ ਖੇਡਦਾ ਹੈ ਔਰ ਸਾਡੇ ਜਿੰਨੇ ਵੀ ਸਾਡੀਆਂ ਔਰਤਾਂ ਹੋ ਗਈਆਂ, ਸਾਡੇ ਜਿੰਨੇ ਵੀ ਬਜ਼ੁਰਗ ਹੋ ਗਏ, ਉਹਨਾਂ ਦੇ ਇਮੋਸ਼ਨਸ ਦੇ ਨਾਲ ਖੇਡਦੇ ਨੇ ਔਰ ਉਹਨਾਂ ਨੂੰ ਝੂਠ ਬੋਲ ਕੇ ਲਾਰੇ ਲਾ ਕੇ ਇਹ ਸਾਰੀਆਂ ਚੀਜ਼ਾਂ ਕਰਦੇ ਨੇ। ਜੇ ਅੱਜ ਉਹ ਚੰਗੇ ਹੁੰਦੇ ਤੇ ਅੱਜ ਅਸੀਂ ਇੱਥੇ ਨਾ ਬੈਠੇ ਹੁੰਦੇ। ਔਰ ਬਾਕੀ ਗੱਲ ਹੈ ਕਿ ਔਰਤਾਂ ਦੀ, ਜੇ ਮੈਂ ਇਹ ਕਹਿ ਸਕਦੀ ਹਾਂ ਕਿ ਜੇ ਮੈਂ ਅੱਜ ਕੁੜੀ ਹੋ ਕੇ ਇੱਥੇ ਖੜੀ ਹੋ ਸਕਦੀ ਹਾਂ, ਮੇਰੀਆਂ 70 75 ਸਾਲ ਦੀਆਂ ਮਾਈਆਂ ਅਸੀਂ ਇੱਥੇ ਦੇਖਣ ਨੂੰ ਵੇਖਦੇ ਹਾਂ ਅੰਦੋਲਨ ਦੇ ਵਿੱਚ, ਤੇ ਸਾਡੀਆਂ ਭੈਣਾਂ ਨੂੰ ਕਿ ਉਹਨਾਂ ਨੂੰ ਵੀ ਤੇ ਜੁਆਇਨ ਕਰਨਾ ਚਾਹੀਦਾ ਹੈ ਨਾ। ਆਪਾਂ ਇਕੱਲੇ ਮੈਂ ਨਾ ਹੋਵਾਂ ਜਾਂ ਹੋਰ ਅਸੀਂ ਬੀਬੀਆਂ ਵੇਖਦੇ ਹਾਂ ਬਜ਼ੁਰਗ ਆ, ਬਾਕੀ ਯੰਗਸਟਰਸ ਨੂੰ ਵੀ ਇੱਥੇ ਹੋਣਾ ਚਾਹੀਦਾ ਇਸ ਟਾਈਮ ਤੇ। ਜੇ ਸੋਨੀਆ ਮਾਨ ਇੱਥੇ ਮਾਈ ਭਾਗੋ ਨਿਵਾਸ ਬਣਾ ਸਕਦੀ ਹੈ, ਮੈਂ ਕਹਿੰਦੀ ਮੇਰੀਆਂ ਭੈਣਾਂ ਵੀ ਬਣਾ ਸਕਦੀਆਂ, ਉਹਨਾਂ ਨੂੰ ਵੀ ਆਪਣੇ ਇੱਥੇ ਆਉਣਾ ਚਾਹੀਦਾ। ਜੇ ਮੈਂ ਆਪਣਾ ਕਰੀਅਰ ਛੱਡ ਕੇ ਇੱਥੇ ਬਹਿ ਸਕਦੀ ਹਾਂ, ਉਹਨਾਂ ਨੂੰ ਵੀ ਆਪਣੇ ਕੰਮਕਾਰ ਛੱਡ ਕੇ ਇੱਥੇ ਆਉਣਾ ਚਾਹੀਦਾ ਕਿਉਂਕਿ ਆਪਾਂ ਰਾਤ ਨੂੰ 2 ਰੋਟੀਆਂ ਖਾ ਕੇ ਸੌਂਦੇ ਹਾਂ। ਆਪਾਂ ਨੂੰ ਅੰਨਦਾਤਾ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਉਹਨਾਂ ਦੇ ਖਿਲਾਫ ਉਹਨਾਂ ਨਾਲ ਮੋਢਾ ਜੋੜ ਕੇ ਲੜਨਾ ਚਾਹੀਦਾ ਗਵਰਨਮੈਂਟ ਦੇ ਅਗੇਂਸਟ ਔਰ ਗਵਰਨਮੈਂਟ ਦੇ ਅਗੇਂਸਟ ਬੋਲਣਾ ਚਾਹੀਦਾ ਇਸ ਟਾਈਮ ਤੇ ਇਹੋ ਹੀ ਟਾਈਮ ਆ। ਸੋ
ਬਾਕੀ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਬਹੁਤ ਛੇਤੀ ਕਿ ਮੈਂ ਮਾਈ ਭਾਗੋ ਨਿਵਾਸ ਖੋਲ੍ਹਿਆ ਸੀਗਾ, ਹੁਣ ਮੈਂ ਮਾਈ ਭਾਗੋ ਚੈਰਿਟੀ ਸਟਾਰਟ ਕਰ ਰਹੀ ਹਾਂ, ਜਿਹਦੇ ਥੱਲੇ ਉਹ ਵੀ ਮੈਂ ਅੱਜ ਅਨਾਉਂਸਮੈਂਟ ਕੀਤੀ ਹੈ ਕਿਉਂਕਿ ਇੰਟਰਨੈਸ਼ਨਲ ਵਿਮਨਸ ਡੇ ਹੈ, ਉਹਦੇ ਥੱਲੇ ਅਸੀਂ ਜਿਵੇਂ ਮਾਈ ਭਾਗੋ ਨਿਵਾਸ ਹੋ ਗਿਆ, ਮਾਈ ਭਾਗੋ ਮੈਡੀਕਲ ਕੇਅਰ ਹੋ ਗਈ, ਕਿਸੇ ਵੀ ਤਰੀਕੇ ਦੀ ਵਿਮਨ ਇੰਪਾਵਰਮੈਂਟ ਵਾਸਤੇ ਕੋਈ ਵੀ ਚੀਜ਼ ਹੋਵੇ ਜਾਂ ਕੋਈ ਵੀ ਵਿਮਨ ਦੇ ਉੱਤੇ ਕਿਸੇ ਵੀ ਤਰੀਕੇ ਦਾ ਅਤਿਆਚਾਰ ਹੋ ਰਿਹਾ ਹੋਵੇ, ਮੇਰੀ ਆਵਾਜ਼ ਹਮੇਸ਼ਾ ਉਹਨਾਂ ਵਾਸਤੇ ਬੁਲੰਦ ਰਹੂਗੀ ਔਰ ਮੈਂ ਉਹਨਾਂ ਦਾ ਸਾਥ ਦਊਂਗੀ। ਸੋਨੀਆ ਮਾਨ ਜੀ, ਜਿਸ ਤਰ੍ਹਾਂ ਤੁਸੀਂ ਰੇਪ ਕੇਸਿਸ ਦੀ ਗੱਲ ਕੀਤੀ ਆ ਤੇ ਸੀਜੀਆਈ ਦਾ ਬਿਆਨ ਹੁੰਦਾ ਕਿ ਰੇਪ ਜਿਹੜਾ ਦੋਸ਼ੀ ਆ ਉਹਨੂੰ ਪੁੱਛਿਆ ਜਾਂਦਾ ਕਿ ਤੂੰ ਇਸ ਦੇ ਨਾਲ ਮੈਰਿਜ ਕਰਨਾ, ਜਦੋਂ ਇਹੋ ਜਿਹਾ ਬਿਆਨ, ਜਦੋਂ ਇੱਕ ਚੀਫ ਜਸਟਿਸ ਦਾ ਬਿਆਨ ਆਉਂਦਾ, ਉਹ ਜਿਹੇ ਇੱਕ ਔਰਤ ਹੋਣ ਦੇ ਨਾਤੇ ਕਿਸ ਤਰ੍ਹਾਂ ਦਾ ਲੱਗਦਾ, ਕੀ ਮਹਿਸੂਸ ਕਰਦੇ ਜਦੋਂ ਇੱਕ ਸੀਜੀਆਈ ਦਾ ਇਹ ਬਿਆਨ? ਇਹ ਸਾਡੀ ਸੋਚ ਹੈ, ਸਾਡੀ ਇੰਡੀਅਨ ਸੋਸਾਇਟੀ ਦੀ ਇਹ ਸੋਚ ਹੈ ਕਿ ਕਿਸੇ ਦਾ ਵੀ ਕਿਸੇ ਨਾਲ ਫਿਜ਼ੀਕਲ ਰਿਲੇਸ਼ਨਸ਼ਿਪ ਹੁੰਦਾ ਤੇ ਉਹਨੂੰ ਉਹਨਾਂ ਵਿਆਹ ਕਰਾ ਲੈਣਾ ਚਾਹੀਦਾ ਆ, ਬਟ ਉਹ ਫਿਜ਼ੀਕਲ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਦਾ ਆ ਕਿ ਕਿਸੇ ਨੇ ਜ਼ਬਰਦਸਤੀ ਤੁਹਾਡੇ ਨਾਲ ਕੀਤਾ ਹੈ ਕਿ ਤੁਸੀਂ ਆਪ ਆਪਣੀ ਮਨਮਰਜ਼ੀ ਦਾ ਕਿਸੇ ਨਾਲ ਗਏ ਹੋ, ਇਹ ਬਿਆਨ ਬਹੁਤ ਹੀ ਗਲਤ ਹੈ। ਮੈਂ ਇਸ ਦੇ ਖਿਲਾਫ ਹਾਂ ਕਿਉਂਕਿ ਉਸ ਇਨਸਾਨ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ। ਜਿਹੜਾ ਵੀ ਕੋਈ ਇਨਸਾਨ ਇੱਕ ਬੱਚੀ ਦੇ ਨਾਲ ਰੇਪ ਕਰੇ, ਕਿਸੇ ਦੇ ਨਾਲ ਜ਼ਬਰਦਸਤੀ ਕਰੇ, ਕੋਈ ਵੀ ਡਿਸਰਿਸਪੈਕਟ ਕਰੇ ਵਿਮਨ ਦੀ, ਚਾਹੇ ਉਹ ਸੋਸ਼ਲ ਮੀਡੀਆ ਦੇ ਉੱਤੇ ਕਰੇ ਚਾਹੇ ਕਿਤੇ ਵੀ ਕਰੇ, ਉਸ ਬੰਦੇ ਨੂੰ ਜ਼ਮਾਨਤ ਨਹੀਂ ਹੋਣੀ ਚਾਹੀਦੀ ਉਸ ਬੰਦੇ ਦੀ, ਔਰ ਜਿਹਨੇ ਰੇਪ ਕੀਤਾ ਹੈ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਸੋਨੀਆ ਮਾਨ ਜੀ, ਪੋਲੀਟੀਕਲ ਦੀ ਗੱਲ ਕਰ ਰਹੇ ਹਾਂ, ਪੋਲੀਟਿਕਸ ਦੀ। ਪੋਲੀਟਿਕਸ ਦੇ ਵਿੱਚ ਔਰਤਾਂ ਦਾ ਰੋਲ ਬਹੁਤ ਘੱਟ ਰਹਿੰਦਾ, ਚਾਹੇ ਪਿੰਡ ਪੱਧਰ ਦੀ ਗੱਲ ਕੀਤੀ ਜਾਵੇ, ਸਰਪੰਚ ਮਹਿਲਾ ਬਣਦੀ ਆ, ਰਾਜ ਕਹਿ ਸਕਦੇ ਉਸ ਦਾ ਘਰ ਵਾਲਾ ਕਰਦਾ। ਅਜਿਹੇ ਦੇ ਵਿੱਚ ਪੋਲੀਟਿਕਸ ਦੀ ਸ਼ਮੂਲੀਅਤ ਕਿਸ ਤਰ੍ਹਾਂ ਵੇਖਦੇ, ਕਿਉਂਕਿ ਚਾਹੇ ਕੇਂਦਰੀ ਮੰਤਰੀ ਹੋਣ, ਉੱਥੇ ਤਕਰੀਬਨ 5 ਕੇਂਦਰੀ ਮੰਤਰੀ ਨੇ ਵਿੱਚ ਹੀ ਰਾਜ ਮੰਤਰੀ ਮਿਲਾ ਕੇ, ਅਜਿਹੇ ਦੇ ਵਿੱਚ ਪੋਲੀਟਿਕਸ ਦੀ ਭੂਮਿਕਾ ਕਿਵੇਂ ਵਧਾਈ ਜਾ ਸਕੇ? ਇਸ ਦੇ ਨਾਲ ਇੱਕ ਸਵਾਲ ਹੋਰ ਜੋੜਦਾ ਕਿ ਸੋਨੀਆ ਮਾਨ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟਿਕਸ ਦੇ ਵਿੱਚ ਦੇਖ ਸਕਦੇ ਆ? ਵੇਖੋ, ਜੇ ਤੇ ਆਪਣੀ ਪੋਲੀਟੀਕਲ ਸਿਸਟਮ ਤੁਸੀਂ ਸੁਧਾਰਨਾ ਆ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸੱਚ ਦੀ ਕੋਈ ਲੜਾਈ ਲੜਨ ਵਾਸਤੇ ਆਵੇ ਤੇ ਤੁਹਾਨੂੰ ਆਉਣਾ ਪਊਗਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ, ਠੀਕ ਹੈ, ਕਿ ਜੇ ਤੁਸੀਂ ਪੋਲੀਟੀਕਲ ਸਿਸਟਮ ਤੇ ਤੁਸੀਂ ਚਾਹੁੰਦੇ ਹੋ ਕਿ ਇਹੀ ਚੋਰ ਰਹਿਣ ਜਿਹੜੇ ਤੁਹਾਨੂੰ ਲੁੱਟ ਕੇ ਖਾ ਰਹੇ ਨੇ, ਜਿਨ੍ਹਾਂ ਦੀ ਵਜ੍ਹਾ ਤੋਂ ਤੁਸੀਂ ਅੱਜ ਇੱਥੇ ਬੈਠੇ ਹੋ, ਤੁਸੀਂ ਚਾਹੁੰਦੇ ਹੋ, ਸੋਸਾਇਟੀ ਚਾਹੁੰਦੀ ਆ ਉਹ ਚਿਹਰੇ। ਮੈਂ ਕਹਿੰਦੀ ਆ ਵੀ ਜੇ ਸੋਨੀਆ ਮਾਨ ਨੂੰ ਬਣਾਉਂਦੇ ਆ ਨਾ, ਜੇ ਸੋਨੀਆ ਮਾਨ ਇਹਨਾਂ ਦਾ ਕੰਮ ਨਾ ਕਰੇ ਅਗਲੀ ਵਾਰ, ਤਾਂ ਸੋਨੀਆ ਮਾਨ ਨੂੰ ਜੁੱਤੀਆਂ ਮਾਰ ਕੇ, ਜੁੱਤੀਆਂ ਦਾ ਹਾਰ ਪਾ ਕੇ ਇਲਾਕੇ ਤੋਂ ਬਾਹਰ ਕੱਢਣਾ ਚਾਹੀਦਾ ਆ। ਇਹਨਾਂ ਦੇ ਵਿੱਚ ਇੰਨੀ ਹਿੰਮਤ ਹੋਣੀ ਚਾਹੀਦੀ ਆ ਕਿਉਂਕਿ ਤੁਸੀਂ ਪਬਲਿਕ ਸਰਵੈਂਟ ਹੋ, ਕੋਈ ਐਮਐਲਏ ਆ ਨਾ, ਉਹ ਪਬਲਿਕ ਸਰਵੈਂਟ ਆ, ਉਹ ਆਪਣੇ ਆਪ ਨੂੰ ਐਮਐਲਏਸ਼ਿਪ ਨਾ ਸਮਝੇ। ਮੈਂ ਸਭ ਤੋਂ ਪਹਿਲਾਂ ਇਸ ਚੀਜ਼ ਦੇ ਖਿਲਾਫ ਹਾਂ ਕਿ ਕੋਈ ਕਹਿੰਦਾ ਕਿ ਐਮਐਲਏ ਦੀ ਇਲੈਕਸ਼ਨ ਲੜਨੀ ਹੈ ਤੇ 2 ਕਰੋੜ ਲੱਗੂਗਾ। ਕਿਉਂ ਲੱਗੂਗਾ 2 ਕਰੋੜ ਰੁਪਇਆ? ਤੁਸੀਂ ਆਪਣੇ ਵਾਸਤੇ ਸਰਵੈਂਟ ਹਾਇਰ ਕਰ ਰਹੇ ਹੋ ਜਿਹਨੇ ਤੁਹਾਡੇ ਕੰਮ ਕਰਾਉਣੇ ਆ, ਤੁਸੀਂ ਉਹ 2 ਕਰੋੜ ਰੁਪਇਆ, ਇਹਦਾ ਮਤਲਬ ਆ ਜੇ ਤੁਹਾਡੀ ਵੋਟ ਵਿਕਾਊ ਆ ਤੇ ਉਹ ਬੰਦਾ ਜਿਹਨੇ 2 ਕਰੋੜ ਰੁਪਇਆ ਲਾਇਆ ਆ ਉਹ ਕੱਲ ਨੂੰ ਤੁਹਾਡੇ ਕੋਲੋਂ 4 ਕਰੋੜ ਕਮਾਊਗਾ। ਓਬਵੀਅਸਲੀ ਜਿਹੜਾ ਆਪਣੇ ਘਰੋਂ ਲਾਊਗਾ 4 ਕਰੋੜ ਕਮਾਊਗਾ ਨਾ। ਮੈਂ ਤੇ ਕਹਿੰਦੀ ਹਾਂ ਕਿ ਗਰਾਊਂਡ ਲੈਵਲ ਦੇ ਉੱਤੇ ਇਹ ਅਵੇਅਰਨੈਸ ਹੋਣੀ ਚਾਹੀਦੀ ਹੈ, ਭਾਵੇਂ ਉਹ ਸਰਪੰਚੀ ਦੀ ਇਲੈਕਸ਼ਨ ਹੋਵੇ, ਭਾਵੇਂ ਉਹ ਐਮਏ ਦੀ ਇਲੈਕਸ਼ਨ ਹੋਵੇ। ਇਹੋ ਜਿਹੇ ਪੈਸੇ ਲੈ ਕੇ ਵੋਟ ਨਹੀਂ ਪਾਉਣੀ ਚਾਹੀਦੀ, ਸ਼ਰਾਬ ਜਾਂ ਲਾਇਸੈਂਸ ਬਣਾਉਣ ਦੇ ਪਿੱਛੇ ਵੋਟ ਨਹੀਂ ਪਾਉਣੀ ਚਾਹੀਦੀ। ਤੁਹਾਡੀ ਵੋਟ ਇੰਨੀ ਜ਼ਿਆਦਾ ਕੀਮਤੀ ਆ ਜਿਹੜੀ ਕਿ ਤੁਹਾਨੂੰ ਅੱਗੇ ਜਾ ਕੇ ਤੁਹਾਨੂੰ ਪਤਾ ਲੱਗੂਗਾ, ਹੈ ਨਾ, ਵੀ ਹੁਣ ਆਪਾਂ ਨੂੰ ਪਤਾ ਲੱਗ ਹੀ ਰਿਹਾ ਆ। ਜੇ ਆਪਾਂ ਸਹੀ ਤਰੀਕੇ ਦੇ ਨਾਲ ਸਹੀ ਲੋਕਾਂ ਨੂੰ ਵੋਟ ਪਾਈ ਹੁੰਦੀ, ਹਜੇ ਵੀ ਆਪਾਂ ਆਪਣਾ ਸਿਸਟਮ ਚੇਂਜ ਕਰ ਸਕਦੇ ਹਾਂ ਤੇ ਆਪਾਂ ਅੱਜ ਇੱਥੇ ਰੋਲ ਨਾ ਰਹੇ ਹੁੰਦੇ, ਅੱਜ ਆਪਾਂ ਇੱਥੇ ਬੈਠੇ ਨਾ ਹੁੰਦੇ। ਸੋ ਸਾਨੂੰ 2022 ਦੀ ਇਲੈਕਸ਼ਨ ਦੇ ਵਿੱਚ ਆਪਣੇ ਕੈਂਡੀਡੇਟਸ ਨੂੰ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਜਿਹੜੇ ਤੁਹਾਡੇ ਵਾਸਤੇ ਲੜ ਸਕਦੇ ਆ, ਔਰ ਜੇ ਉਹ ਨਹੀਂ ਲੜਦੇ ਉਹ ਤੁਹਾਡੇ ਸਰਵੈਂਟਸ ਆ। ਮੈਂ ਕਹਿੰਦੀ ਆ, ਮੈਂ ਵੀ ਆ ਨਾ, ਮੈਨੂੰ ਐਮਐਲਏ ਦੇ ਕੋਲ ਜਾਣ ਦੀ ਲੋੜ ਨਹੀਂ ਆ। ਐਮਐਲਏ ਨੂੰ ਖੁਦ ਪਿੰਡਾਂ ਦੇ ਵਿੱਚ ਘੁੰਮਣਾ ਚਾਹੀਦਾ ਵੀ ਤੁਹਾਡੇ ਕੀ ਕੰਮ ਰਹਿੰਦੇ ਆ, ਕੀ ਨਹੀਂ ਰਹਿੰਦੇ, ਉਹਨਾਂ ਦੀਆਂ ਡਿਊਟੀਆਂ ਆ ਇਹ ਸਾਡੇ ਕੰਮ ਕਰਾਉਣਾ, ਨਾ ਕਿ ਸਾਡਾ ਉਹਨਾਂ ਦੇ ਪਿੱਛੇ ਫਿਰਨ ਦਾ ਕੰਮ ਹੈ। ਇਹ ਕੰਮ ਹੋਣੇ ਚਾਹੀਦੇ, ਔਰ ਜੇ ਕੋਈ ਨਾ ਕਰੇ ਨਾ, ਉਹਨੂੰ ਅਗਲੀ ਵਾਰੀ ਫੈਮਿਲੀ ਟਰੀ ਨਹੀਂ ਬਣਾਉਣੇ ਚਾਹੀਦੇ, ਉਹਨੂੰ ਅਗਲੀ ਵਾਰੀ ਕੱਢਣਾ ਚਾਹੀਦਾ ਆ, ਅਗਲਾ ਨਵਾਂ ਮੈਂਬਰ ਚੁਣਨਾ ਚਾਹੀਦਾ। ਕਿਸੇ ਦੀ ਚਮਚਾਗਿਰੀ ਨਹੀਂ ਕਰਨੀ ਚਾਹੀਦੀ, ਕਿਸੇ ਦੀ ਵੀ ਫੈਮਿਲੀ ਟਰੀ ਨਹੀਂ ਬਣਾਉਣਾ ਚਾਹੀਦਾ, ਔਰ ਇਹ ਅਵੇਅਰਨੈਸ ਸਾਨੂੰ ਗਰਾਊਂਡ ਲੈਵਲ ਤੇ ਕ੍ਰੀਏਟ ਕਰਨੀ ਚਾਹੀਦੀ ਆ। ਮੈਂ ਤੇ ਇਹੀ ਕਹਿੰਦੀ ਆ, ਬਾਕੀ ਦੈਟਸ ਇਟ। ਜੇ ਕਿਸੇ ਨੂੰ ਬੁਰਾ ਲੱਗੇ ਤੇ ਮੈਨੂੰ ਮਾਫ ਕਰਿਓ, ਬਿਕਾਜ਼ ਮੈਂ ਸੱਚ ਬੋਲੂੰਗੀ ਔਰ ਮੈਂ ਸੱਚ ਦੀ ਆਵਾਜ਼ ਹਮੇਸ਼ਾ ਅੱਗੇ ਰੱਖੂੰਗੀ। ਸੋਨੀਆ ਮਾਨ ਜੀ, ਤਕਰੀਬਨ 3 ਮਹੀਨੇ ਦਾ ਸਮਾਂ ਹੋ ਚੁੱਕਿਆ, ਤੁਸੀਂ ਹਰ ਇੱਕੋ ਬਦਲਦਾ ਦੌਰ ਵੇਖਿਆ ਇਸ ਅੰਦੋਲਨ ਦਾ, ਤਾਂ ਮੈਂ ਚਾਹੂੰਗਾ ਬਹੁਤ ਥੋੜੇ ਸ਼ਬਦਾਂ ਵਿੱਚ, ਕਿਉਂਕਿ ਤੁਹਾਡੇ ਕੋਲ ਵੀ ਸਮਾਂ ਥੋੜਾ, ਤੇ ਉਨੇ ਹੀ ਸ਼ਬਦਾਂ ਦੇ ਵਿੱਚ ਤੁਸੀਂ ਦੱਸੋ ਜਿਹੜਾ ਹੁਣ ਤੱਕ ਤੁਸੀਂ ਇਹ ਦੌਰ ਪਹਿਲੇ ਦਿਨ ਤੋਂ ਤੇ ਹੁਣ ਤੱਕ ਇਹ ਦੌਰ ਪਹੁੰਚਿਆ। ਵੇਖੋ, ਬਹੁਤ ਸਾਰੀ ਅਵੇਅਰਨੈਸ ਆਈ ਹੈ। ਸਾਡਾ ਪੰਜਾਬ ਤੋਂ ਤੁਰਿਆ ਸੀਗਾ ਅੰਦੋਲਨ, ਹਰਿਆਣਾ ਦੇ ਵਿੱਚ ਆਈ, ਹੁਣ ਰਾਜਸਥਾਨ 'ਚ ਮਹਾਪੰਚਾਇਤਾਂ ਹੋ ਰਹੀਆਂ ਨੇ, ਯੂਪੀ ਦੇ ਵਿੱਚ ਹੋ ਰਹੀਆਂ ਨੇ, ਦੱਖਣੀ ਯੂਪੀ ਦੇ ਵਿੱਚ ਹੋ ਰਹੀਆਂ ਨੇ, ਬੰਗਾਲ ਦੀਆਂ ਇਲੈਕਸ਼ਨਸ ਅਫੈਕਟ ਹੋ ਰਹੀਆਂ ਨੇ। ਅਵੇਅਰਨੈਸ ਤੇ ਬਹੁਤ ਵੱਡੇ ਲੈਵਲ ਤੇ ਹੋਈ ਹੈ, ਔਰ ਅੱਗੇ ਜਾ ਕੇ ਹੋਰ ਇਹ ਅੰਦੋਲਨ ਇੰਡੀਆ ਲੈਵਲ ਦੇ ਉੱਤੇ ਜਿਹੜੇ ਲੋਕੀ ਨਹੀਂ ਜੁੜ ਰਹੇ ਸੀਗੇ, ਹੁਣ ਹੌਲੀ ਹੌਲੀ ਹੋਰ ਉਹ ਵੀ ਜੁੜਨਗੇ। ਧੰਨਵਾਦ। ਵੈਲਕਮ। ਤਾਂ ਇਹ ਸਨ ਅਦਾਕਾਰਾ ਸੋਨੀਆ ਮਾਨ, ਜਿਨ੍ਹਾਂ ਨੇ ਮਹਿਲਾ ਦਿਵਸ ਮੌਕੇ ਸਿੰਘੂ ਬਾਰਡਰ ਤੇ ਖਾਸ ਉੱਥੇ ਪਹੁੰਚ ਕੀਤੀ ਹੈ, ਪਹੁੰਚੇ ਨੇ। ਕੈਮਰਾਮੈਨ ਮੋਨੂ ਦੇ ਨਾਲ ਮੈਂ ਜਗਮਨੀ ਟੀਵੀ ਸਿੰਘੂ। ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।